Hello friends, how are you? It's Arvind saying. Well, many of you were often complaining about that writing module is such a hard nut to crack. So that's why I thought I should make a video on writing module as well. So watch this video till the end. It is very useful video. Don't miss this video. I thought I should make this video in Punjabi because you could get the 100% of my video. Okay, I'll tell you why don't you get a good band score in writing module. So one of my students Jessica Tilo, she was saying that she is very weak in writing module. So Jessica Tilo, I really dedicate this video to you. Watch this video till the end. I'll be talking to you in Punjabi. It is very important video, I'm repeating. Okay, so let's have a start. ਓਕੇ ਜੀ, ਸੋ ਲੈਟਸ ਹੈਵ ਅ ਸਟਾਰਟ। ਆਪਾਂ ਗੱਲ ਕਰਦੇ ਹਾਂ ਕਿ ਜ਼ਿੰਦਗੀ ਵਿੱਚ ਨਾ ਦੋ ਤਰ੍ਹਾਂ ਦੇ ਕੰਮ ਹੁੰਦੇ ਆ। ਇੱਕ ਹੁੰਦਾ ਹੈ ਹਾਰਡ ਵਰਕ, ਇੱਕ ਹੁੰਦਾ ਹੈ ਸਮਾਰਟ ਵਰਕ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਥਰੂ ਸਮਝਾਵਾਂਗਾ। ਦੋ ਬੰਦਿਆਂ ਨੂੰ ਨਾ ਕਹਿੰਦੇ ਇੱਕ ਬਹੁਤ ਵੱਡਾ ਦਰਖਤ ਕੱਟਣ ਨੂੰ ਕਿਹਾ ਕਿ ਤੁਸੀਂ ਇਹ ਦਰਖਤ ਨੂੰ ਕੱਟਣਾ ਵਾ। ਹੁਣ ਇੱਕ ਬੰਦੇ ਨੇ ਸਟਾਰਟਿੰਗ ਕੀਤਾ, ਉਹਦੇ ਪੱਤੇ ਕੱਟ ਰਿਹਾ, ਉਹਦੀਆਂ ਟਾਹਣੀਆਂ ਕੱਟ ਰਿਹਾ, ਠੀਕ ਹੈ ਜੀ, ਉਹਨੂੰ ਉੱਪਰੋਂ ਕੱਟ ਰਿਹਾ ਵਾ। ਬਟ ਉਹ ਦੇਖਿਆ ਕਿ 1 ਸਾਲ ਬਾਅਦ ਉਹ ਦਰਖਤ ਫੇਰ ਤੋਂ ਹੋ ਗਿਆ, ਉਹਦੀਆਂ ਟਾਹਣੀਆਂ ਫੇਰ ਤੋਂ ਹੋ ਗਈਆਂ। ਲਓ ਜੀ, ਉਹਨੇ ਫੇਰ ਤੋਂ ਉੱਦਾਂ ਹੀ ਕਰਤਾ ਬਿਕੋਜ਼ ਹੀ ਯੂਜ਼ ਟੂ ਬਿਲੀਵ ਇਨ ਹਾਰਡ ਵਰਕ। ਓਕੇ, ਕਿਉਂਕਿ ਉਹ ਹਾਰਡ ਵਰਕ ਵਿੱਚ ਬਿਲੀਵ ਕਰਿਆ ਕਰਦਾ ਸੀ। ਉਹਨੇ ਉਹਦੀਆਂ ਟਾਹਣੀਆਂ ਛਾਂਗਤੀਆਂ ਫਿਰ ਤੋਂ, ਉਹਨੇ ਉਹਦੇ ਪੱਤੇ ਵੱਢਤੇ, ਉਹਨੂੰ ਉੱਪਰੋਂ ਵੱਢਤਾ, ਅਤੇ ਉਹ ਦੇਖਦਾ ਕਿ 1 ਸਾਲ ਬਾਅਦ ਉਹ ਫੇਰ ਤੋਂ ਹੋ ਗਿਆ। ਉਹ ਥੱਕ ਗਿਆ, ਉਹ ਸਕਸੈਸਫੁਲ ਨਹੀਂ ਹੋਇਆ। ਹੁਣ ਇੱਥੇ ਦੂਜੇ ਇਨਸਾਨ ਨੇ ਕੀ ਕੀਤਾ? ਓਕੇ, ਜਿਹੜਾ ਕਿ ਸਮਾਰਟ ਵਰਕ ਵਿੱਚ ਬਿਲੀਵ ਕਰਦਾ ਸੀ, ਉਹਨੇ ਕੀਤਾ, ਉਹਨੇ ਪੇਸ਼ੈਂਟਲੀ ਬਹਿ ਕੇ ਸੋਚਿਆ ਕਿ ਇਹ ਟਾਹਣੀਆਂ ਪੱਤੇ ਕੀ ਇਹ ਆਖਿਰ ਆ ਕਿੱਥੋਂ ਰਿਹਾ, ਇਹ ਜੋ ਪ੍ਰੋਬਲਮ ਆ ਇਹਦੀ ਜੜ ਕੀ ਆ, ਆਖਿਰ ਇਹਦਾ ਮੇਨ ਰੀਜ਼ਨ ਕੀ ਆ, ਇਹ ਕਿਉਂ ਆ। ਓਕੇ, he asked himself that why is this. Okay, he asked himself. So you have to ask yourself that why your problem is, what is the root cause of your failure. ਉਹਨੇ ਦੇਖਿਆ ਪੇਸ਼ੈਂਟਲੀ ਬਹਿ ਕੇ ਕਿ ਇਹਦੀ ਜੜ ਕੀ ਆ, ਤਾਂ ਉਹਨੇ ਕੀ ਕੀਤਾ, ਉਹਨੂੰ ਜੜ ਤੋਂ ਹੀ ਵੱਢਤਾ, ਜੜ ਤੋਂ ਐਲੀਮੀਨੇਟ ਕਰਤਾ ਉਸ ਦਰਖਤ ਨੂੰ, ਅਤੇ ਉਹ ਦਰਖਤ ਮੁੜ ਕੇ ਕਦੇ ਨਹੀਂ ਹੋਇਆ। ਹੁਣ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਮਿਹਨਤ ਪਹਿਲੇ ਬੰਦੇ ਨੇ ਵੀ ਕੀਤੀ, ਮਿਹਨਤ ਦੂਜੇ ਬੰਦੇ ਨੇ ਵੀ ਕੀਤੀ, ਪਰ ਪਹਿਲਾ ਬੰਦਾ ਕਾਮਯਾਬ ਕਿਉਂ ਨਹੀਂ ਹੋ ਪਾਇਆ? ਕਿਉਂਕਿ ਉਹਨੇ ਪ੍ਰੋਬਲਮ ਦੇ ਜੜ ਤੱਕ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ। ਉਹਨੇ ਸਿਰਫ ਸੁਪਰਫਿਸ਼ੀਅਲ ਲੈਵਲ 'ਤੇ ਕੰਮ ਕੀਤਾ। ਉਹਨੇ ਪ੍ਰੋਬਲਮ ਦੇ ਡੀਪਰ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਦ ਕਿ ਦੂਜੇ ਬੰਦੇ ਨੇ ਸਮਾਰਟ ਵਰਕ ਵਿੱਚ ਯਕੀਨ ਰੱਖਿਆ। ਜਦ ਕਿ ਮਿਹਨਤ ਪਹਿਲੇ ਬੰਦੇ ਨੇ ਵੱਧ ਕੀਤੀ ਹੈ, ਦੂਜੇ ਨੇ ਸਿਰਫ ਉਹਦੀ ਜੜ ਵੱਢੀ ਹੈ। ਦੂਜੇ ਨੇ ਕੀ ਆ, ਪੇਸ਼ੈਂਟਲੀ ਬਹਿ ਕੇ ਸੋਚਿਆ ਕਿ ਇਹ ਕਿਉਂ, ਕਿੱਥੋਂ ਆ ਰਿਹਾ, ਜੜ ਕੀ ਆ ਇਹਦੀ ਮੇਨ ਜੋ ਆਪਾਂ ਕਹਿ ਸਕਦੇ ਹਾਂ ਕਿ ਉਹ ਯੀਲਡਿੰਗ ਪੁਆਇੰਟ ਆ। ਇਹਦਾ ਯੀਲਡਿੰਗ ਪੁਆਇੰਟ ਕਿਹੜਾ? ਉਹ ਯੀਲਡਿੰਗ ਪੁਆਇੰਟ ਨੂੰ ਵੱਢਿਆ। ਓਕੇ ਫਰੈਂਡਸ, ਤੋਂ ਆਪਣੀ ਲਾਈਫ ਵਿੱਚ ਵੀ ਇੱਦਾਂ ਹੀ ਹੁੰਦਾ ਆ। ਆਪਾਂ ਕਿਸੇ ਇੰਸਟੀਟਿਊਸ਼ਨ ਜਾਂਦੇ ਹਾਂ, ਇੰਸਟੀਟਿਊਸ਼ਨ 'ਚ ਕੀ ਕਰਦੇ ਆ ਕਿ ਇਹਨਾਂ ਨੂੰ ਉਹ ਰਾਈਟਿੰਗ ਮੋਡਿਊਲ 'ਚੋਂ ਕਹਿੰਦੇ ਆ ਕਿ ਤੁਸੀਂ ਇਹ 250 ਵਰਡਸ ਨੇ, ਇਹ 500 ਵਰਡਸ ਨੇ, ਅਗਰ ਤੁਸੀਂ ਇਹਨੂੰ ਪੜ੍ਹ ਲੈਂਦੇ ਹੋ ਤੁਹਾਡੇ ਵਧੀਆ ਬੈਂਡ ਸਕੋਰ ਆ ਜਾਂਦੇ ਨੇ। ਨਹੀਂ, ਉਹ ਤੁਹਾਨੂੰ ਕਦੇ ਜੜ ਹੀ ਨਹੀਂ ਦੱਸਦੇ ਕਿ ਆਖਿਰ ਕੀ ਪ੍ਰੋਬਲਮ ਆ, ਤੁਹਾਡੇ ਬੈਂਡ ਸਕੋਰ ਕਿਉਂ ਨਹੀਂ ਆ ਪਾਉਂਦੇ। ਕਦੇ ਵੀ ਤੁਹਾਨੂੰ ਜੜ ਤੱਕ ਨਹੀਂ ਲੈ ਕੇ ਜਾਂਦੇ ਉਹ, ਕਿ ਆਖਿਰ ਮੇਨ ਰੀਜ਼ਨ ਕੀ ਆ। ਤਾਂ ਅੱਜ ਇਹ ਅਰਵਿੰਦਰ ਸਿੰਘ ਤੁਹਾਨੂੰ ਉਹਦੀ ਜੜ ਤੱਕ ਲੈ ਕੇ ਜਾਵੇਗਾ। ਇਹ ਅਰਵਿੰਦਰ ਸਿੰਘ ਤੁਹਾਨੂੰ ਪਹਿਲਾ ਇਨਸਾਨ ਨਹੀਂ ਬਣਾਊ ਜੋ ਕਿ ਸਿਰਫ ਉਹਦੇ ਪੱਤੇ ਕੱਟ ਰਿਹਾ ਸੀ, ਟਾਹਣੀਆਂ ਕੱਟ ਰਿਹਾ ਸੀ। ਇਹ ਅਰਵਿੰਦਰ ਸਿੰਘ ਤੁਹਾਨੂੰ ਉਹ ਦੂਜਾ ਇਨਸਾਨ ਬਣਾਊ ਜੋ ਕਿ ਪ੍ਰੋਬਲਮ ਦੀ ਯੀਲਡਿੰਗ ਪੁਆਇੰਟ ਨੂੰ ਵੱਢਣਾ ਜਾਣਦਾ ਹੈ, ਉਹਨੂੰ ਡੈਵਸਟੇਟ ਕਰਨਾ ਜਾਣਦਾ ਹੈ। ਯੀਲਡਿੰਗ ਪੁਆਇੰਟ ਨੂੰ ਤੁਹਾਨੂੰ ਉਹ ਦੂਜਾ ਇਨਸਾਨ ਬਣਾਊ ਜੋ ਕਿ ਉਹਦੀ ਜੜ ਤੱਕ ਪਹੁੰਚਣਾ ਜਾਣਦਾ, ਉਹਦੀ ਜੜ ਨੂੰ ਵੱਢਣਾ ਜਾਣਦਾ। ਓਕੇ, ਸੋ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਮੈਨੂੰ ਕਹਿੰਦੇ ਹੋ ਆਮ ਕਿ ਸਾਡੇ ਰਾਈਟਿੰਗ ਮੋਡਿਊਲ 'ਚੋਂ ਵਧੀਆ ਬੈਂਡ ਸਕੋਰ ਨਹੀਂ ਆ ਪਾਉਂਦੇ। ਕੀ ਤੁਸੀਂ ਸੋਚਿਆ ਪੇਸ਼ੈਂਟਲੀ ਬਹਿ ਕੇ ਕਿ ਕਿਉਂ ਨਹੀਂ ਆ ਪਾਉਂਦੇ? ਇਹਦੀ ਜੜ ਕੀ ਆ, ਰੂਟ ਕਾਜ਼ ਕੀ ਆ? ਕੀ ਤੁਹਾਨੂੰ ਕਿਸੇ ਇੰਸਟੀਟਿਊਸ਼ਨ 'ਚ ਦੱਸਿਆ ਜਾਂਦਾ ਕਿ ਇਹਦੀ ਜੜ ਕੀ ਆ, ਐਕਚੁਅਲੀ ਇਹਦਾ ਰੀਜ਼ਨ ਕੀ ਆ? ਅੱਜ ਮੈਂ ਤੁਹਾਨੂੰ ਦੱਸਣ ਲੱਗਿਆ, ਇਸ ਵੀਡੀਓ ਨੂੰ ਮਿਸ ਨਾ ਕਰਿਓ, ਬਹੁਤ ਇੰਪੋਰਟੈਂਟ ਹੈ। ਇਸ ਲਈ ਮੈਂ ਸੋਚਿਆ ਸੀ ਕਿ ਮੈਂ ਉਹ ਇੰਗਲਿਸ਼ ਵਿੱਚ ਬਣਾਵਾਂ ਇਹ ਵੀਡੀਓ, ਬਟ ਮੇਰਾ ਮਕਸਦ ਇਹ ਸੀ ਕਿ ਤੁਸੀਂ ਇਹ ਵੀਡੀਓ ਦਾ 100% ਲੈ ਸਕੋ। 1% ਵੀ ਇਸ ਵੀਡੀਓ ਦਾ ਮਿਸ ਨਾ ਕਰਿਓ।
बहुत इंपॉर्टेंट वीडियो, बहुत ज़्यादा इंपॉर्टेंट वीडियो अबाउट IELTS. ओके, isn't it right? You should not lose this video even 1%. ओके, नाउ ਹੁਣ ਗੱਲ ਕਰਦੇ ਹਾਂ ਕਿ ਰਾਈਟਿੰਗ ਮੋਡਿਊਲ ਚੋਂ ਬੈਂਡ ਸਕੋਰ ਕਿਉਂ ਨਹੀਂ ਆ ਪਾਉਂਦੇ। ਆਇਲਟਸ ਆ ਜੋ ਆਇਲਟਸ ਕੈਂਬਰਿਜ ਦੀ ਪ੍ਰੋਪਰਟੀ ਆ, ਠੀਕ ਹੈ ਜੀ। ਕੈਂਬਰਿਜ ਉਹ ਇੰਗਲੈਂਡ ਦੀ ਪ੍ਰੋਪਰਟੀ ਆ ਆਇਲਟਸ, ਠੀਕ ਹੈ ਜੀ। ਤਾਂ ਕੈਂਬਰਿਜ ਵਾਲਿਆਂ ਨੇ ਆਪਾਂ ਨੂੰ ਬੈਂਡ ਸਕੋਰ ਦੇਣ ਦੇ ਲਈ ਉਹਨਾਂ ਨੇ ਕੁਝ ਕ੍ਰਾਈਟੇਰੀਆ ਸੈੱਟ ਕੀਤੇ ਹੁੰਦੇ ਆ, ਉਹਨਾਂ ਕ੍ਰਾਈਟੇਰੀਆਸ 'ਤੇ ਹੀ ਉਹ ਆਪਾਂ ਨੂੰ ਬੈਂਡ ਸਕੋਰ ਦਿੰਦੇ ਆ। ਸਭ ਤੋਂ ਪਹਿਲਾ ਕ੍ਰਾਈਟੇਰੀਆ ਹੁੰਦਾ ਆ ਟਾਸਕ ਰਿਸਪੌਂਸ। ਤਾਂ ਜਿਹੜੇ ਕਹਿੰਦੇ ਆ ਨਾ ਕਿ ਸਾਡੇ ਹਮੇਸ਼ਾ 5.5 ਬੈਂਡ ਸਕੋਰ ਆਉਂਦੇ ਆ, 5 ਬੈਂਡ ਸਕੋਰ ਆਉਂਦੇ ਆ, ਤਾਂ ਕਿਉਂ ਆਉਂਦੇ ਆ? ਬਿਕੋਜ਼ ਉਹਨਾਂ ਦੀ ਟਾਸਕ ਰਿਸਪੌਂਸ ਹੀ ਨਹੀਂ ਵਧੀਆ ਹੁੰਦੀ। ਦੀ ਟੋਪ ਮੋਸਟ ਰੀਜ਼ਨ ਇਜ਼ ਦੀ ਪੂਅਰ ਟਾਸਕ ਅਚੀਵਮੈਂਟ। ਹੁਣ ਟਾਸਕ ਰਿਸਪੌਂਸ ਕੀ ਹੁੰਦਾ ਆ ਕਿ ਐਗਜ਼ਾਮੀਨਰ ਦੇਖਦਾ ਆ ਕਿ ਮੈਂ ਜੋ ਉਹਨੂੰ ਟੌਪਿਕ ਦਿੱਤਾ ਸੀ ਉਹਨੇ ਟੌਪਿਕ 'ਤੇ ਲਿਖਿਆ, ਆਫ ਟੌਪਿਕ ਤਾਂ ਨਹੀਂ ਲਿਖਿਆ। ਅਤੇ ਦੂਜਾ ਹੁੰਦਾ ਆ ਟਾਈਪ ਆਫ ਐਸੇ, ਕਿ ਮੈਂ ਜੋ ਟਾਈਪ ਦਾ ਐਸੇ ਦਿੱਤਾ ਸੀ ਉਹਦੇ ਅਕੋਰਡਿੰਗਲੀ ਲਿਖਿਆ ਉਹਨੇ। ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ। ਤਾਂ ਮੈਂ ਤੁਹਾਨੂੰ ਦੱਸਦਾ, ਆਪਣੇ ਕੋਲ 4 ਕ੍ਰਾਈਟੇਰੀਆਜ਼ ਹੁੰਦੇ ਆ: ਟਾਸਕ ਰਿਸਪੌਂਸ, ਵੋਕੈਬਲਰੀ ਐਂਡ ਗ੍ਰਾਮੈਟੀਕਲ ਰੇਂਜ, ਲੈਕਸੀਕਲ ਰਿਸੋਰਸਿਸ ਐਂਡ ਕੋਹੀਜ਼ਨ ਐਂਡ ਕੋਹੀਰੈਂਸ। ਇਹਨਾਂ ਚਾਰਾਂ ਵਿੱਚੋਂ ਐਗਜ਼ਾਮੀਨਰ ਨੇ 9 ਬੈਂਡ ਦੇਣੇ ਹੁੰਦੇ ਆ। 9 ਬੈਂਡ ਦੇਣੇ ਹੁੰਦੇ ਉਹਨਾਂ ਨੇ ਟਾਸਕ ਰਿਸਪੌਂਸ 'ਚੋਂ, 9 ਬੈਂਡ ਹੀ ਉਹਨਾਂ ਨੇ ਦੇਣੇ ਹੁੰਦੇ ਆ ਵੋਕੈਬਲਰੀ ਐਂਡ ਗ੍ਰਾਮੈਟੀਕਲ ਰੇਂਜ, 9 ਬੈਂਡ ਹੀ ਉਹਨਾਂ ਨੇ ਦੇਣੇ ਹੁੰਦੇ ਲੈਕਸੀਕਲ ਰਿਸੋਰਸਿਸ, 9 ਬੈਂਡ ਹੀ ਉਹਨਾਂ ਨੇ ਦੇਣੇ ਹੁੰਦੇ ਆ ਆਪਣੇ ਕੋਹੀਜ਼ਨ ਐਂਡ ਕੋਹੀਰੈਂਸ ਤੋਂ। ਤਾਂ ਅਗਰ ਆਪਾਂ ਟਾਸਕ ਰਿਸਪੌਂਸ 'ਚੋਂ ਹੀ ਬੈਂਡ ਸਕੋਰ ਲੂਜ਼ ਕਰ ਲਏ, ਟਾਸਕ ਰਿਸਪੌਂਸ ਸਭ ਤੋਂ ਵੱਡੀ ਚੀਜ਼ ਆ, ਇਹਨੇ ਤੁਹਾਡਾ ਬੈਂਡ ਸਕੋਰ ਬਹੁਤ ਉੱਪਰ ਲੈ ਕੇ ਜਾਣਾ ਆ। ਟਾਸਕ ਰਿਸਪੌਂਸ ਕੀ ਹੁੰਦਾ? ਆਪਣੇ ਕੋਲ 5 ਟਾਈਪਸ ਆਫ ਐਸੇ ਹੁੰਦੇ ਆ। ਪਹਿਲਾ ਹੁੰਦਾ ਆ ਪ੍ਰੋਬਲਮ ਐਂਡ ਸੋਲਿਊਸ਼ਨ ਐਸੇ, ਫਿਰ ਆਪਣੇ ਕੋਲ ਹੁੰਦਾ ਹੈ ਡਿਸਕਸ਼ਨ ਐਸੇ, ਫਿਰ ਆਪਣੇ ਕੋਲ ਹੁੰਦਾ ਹੈ ਜੀ ਓਪੀਨੀਅਨ ਐਸੇ, ਦੈਨ ਆਪਣੇ ਕੋਲ ਹੁੰਦਾ ਹੈ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਐਸੇ, ਠੀਕ ਹੈ ਜੀ। ਹੁਣ ਫੋਰ ਐਗਜ਼ਾਮਪਲ ਕਿ ਆਪਾਂ ਨੂੰ ਐਸੇ ਆਇਆ ਹੈ ਓਪੀਨੀਅਨ ਐਸੇ, ਅਤੇ ਆਪਾਂ ਲਿਖਾ ਹੈ ਐਡਵਾਂਟੇਜਸ ਡਿਸਐਡਵਾਂਟੇਜਸ ਐਸੇ, ਤਾਂ ਇੱਥੋਂ ਐਗਜ਼ਾਮੀਨਰ ਨੇ ਦੇਖਣਾ ਕਿ ਇਸ ਕੈਂਡੀਡੇਟ ਨੂੰ ਇਹੀ ਨਹੀਂ ਸਮਝ ਲੱਗਿਆ ਕਿ ਮੈਂ ਕਿਹੜਾ ਟਾਈਪ ਆਫ ਐਸੇ ਲਿਖਣਾ। ਨਾ ਫੋਰ ਐਗਜ਼ਾਮਪਲ ਆਪਾਂ ਨੂੰ ਕਹਿ ਰਿਹਾ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਨ ਓਪੀਨੀਅਨ, ਅਤੇ ਆਪਾਂ ਉਹਦੀ ਥੀਸਿਸ ਸੈਂਟੈਂਸ 'ਚ ਲਿਖਦੇ ਹਾਂ, ਐਸੇ ਦੀ ਥੀਸਿਸ ਸੈਂਟੈਂਸ 'ਚ ਆਪਾਂ ਲਿਖਦੇ ਹਾਂ ਆਈ ਐਮ ਅਗਰੀ ਵਿਦ ਦਿਸ ਪੁਆਇੰਟ ਐਂਡ ਆਈ ਵਿਲ ਗਿਵ ਮਾਈ ਓਨ ਓਪੀਨੀਅਨ ਇਨ ਫੋਰਥ ਕਮਿੰਗ ਪੈਰਾਗ੍ਰਾਫ। ਸੋ ਇੱਥੋਂ ਐਗਜ਼ਾਮੀਨਰ ਨੇ ਇਹ ਦੇਖਣਾ ਕਿ ਤੁਸੀਂ ਸਮਝ ਗਏ ਕਿ ਇਹ ਓਪੀਨੀਅਨ ਐਸੇ ਆ, ਜਦ ਕਿ ਇਹ ਡਿਸਕਸ਼ਨ ਐਸੇ ਸੀ। ਜਦੋਂ ਕਹਿੰਦੇ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਨ ਓਪੀਨੀਅਨ, ਜਦੋਂ ਤੁਸੀਂ ਥੀਸਿਸ ਸੈਂਟੈਂਸ 'ਚ ਲਿਖੋਗੇ I will discuss both views and give my own opinion in forthcoming paragraphs, ਤਾਂ ਉੱਥੋਂ ਤੁਸੀਂ ਟਾਸਕ ਅਚੀਵਮੈਂਟ 'ਚੋਂ ਬੈਂਡ ਸਕੋਰ ਅਚੀਵ ਕਰਦੇ ਹੋ। ਤੁਸੀਂ ਐਗਜ਼ਾਮੀਨਰ ਨੂੰ ਦੱਸ ਰਹੇ ਹੋ ਕਿ ਭਾਈ ਮੈਨੂੰ ਟਾਸਕ ਪਤਾ ਲੱਗ ਗਿਆ, ਮੈਨੂੰ ਟਾਈਪ ਆਫ ਐਸੇ ਪਤਾ ਲੱਗ ਗਿਆ। ਹੁਣ ਟਾਸਕ ਰਿਸਪੌਂਸ 'ਚ ਆਪਣੇ ਕੋਲ 2 T's ਹੁੰਦੇ ਆ। ਪਹਿਲੀ ਟੀ ਹੁੰਦੀ ਹੈ ਟਾਈਪ ਆਫ ਐਸੇ, ਦੂਜਾ ਹੁੰਦਾ ਹੈ ਟੌਪਿਕ, ਠੀਕ ਹੈ ਜੀ। ਟਾਈਪ ਆਫ ਐਸੇ ਅਗਰ ਉਹ ਕਹਿੰਦੇ ਆ ਡੂ ਦੀ ਐਡਵਾਂਟੇਜਸ ਓਵਰਵੇ ਐਂਡ ਡਿਸਐਡਵਾਂਟੇਜ, ਹੁਣ ਇੱਥੇ ਬਹੁਤ ਸਾਰੇ ਸਟੂਡੈਂਟਸ ਇੱਥੇ ਮਿਸਅੰਡਰਸਟੈਂਡ ਕਰ ਦਿੰਦੇ ਆ ਕਿ ਕਿਤੇ ਐਡਵਾਂਟੇਜਸ ਡਿਸਐਡਵਾਂਟੇਜ ਵਾਲਾ ਐਸੇ ਆ। ਨੋ, ਇਟ ਇਜ਼ ਐਨ ਓਪੀਨੀਅਨ ਐਸੇ। ਵੀ ਸ਼ੁਡਨਟ ਮਿਸਅੰਡਰਸਟੂਡ ਆਰ ਟੌਪਿਕ ਟਾਈਪ ਆਫ ਐਸੇ, ਓਕੇ। ਅਗਰ ਹੁਣ ਜਦੋਂ ਉਹ ਕਹਿੰਦੇ ਆ ਡੂ ਦੀ ਐਡਵਾਂਟੇਜਸ ਓਵਰਵੇ ਐਂਡ ਡਿਸਐਡਵਾਂਟੇਜ, ਇਟ ਮੀਨਸ ਇਟ ਇਜ਼ ਐਨ ਓਪੀਨੀਅਨ ਐਸੇ। ਇਹ ਐਡਵਾਂਟੇਜ ਡਿਸਐਡਵਾਂਟੇਜ ਵਾਲਾ ਐਸੇ ਨਹੀਂ ਹੈਗਾ, ਇਹ ਓਪੀਨੀਅਨ ਐਸੇ ਆ। ਜਦੋਂ ਵੀ ਉਹ ਕਹਿੰਦੇ ਡੂ ਯੂ ਥਿੰਕ, ਡੂ ਯੂ ਅਗਰੀ ਔਰ ਡਿਸਅਗਰੀ, ਈਵਨ ਕਿ ਇਹ ਵੀ ਅਗਰੀ ਐਂਡ ਡਿਸਅਗਰੀ ਨਹੀਂ ਐਸੇ ਹੈਗਾ, ਇਹ ਵੀ ਓਪੀਨੀਅਨ ਐਸੇ ਆ। ਜਦੋਂ ਕਹਿੰਦੇ ਡੂ ਯੂ ਥਿੰਕ ਮੀਨਸ ਕਿ ਤੁਹਾਡੇ ਅਕੋਰਡਿੰਗ, ਤੁਹਾਨੂੰ ਲੱਗਦਾ ਤੁਹਾਡੇ ਅਕੋਰਡਿੰਗ, ਕਿ ਉਹ ਤੁਹਾਡਾ ਓਪੀਨੀਅਨ ਪੁੱਛ ਰਿਹਾ ਕਿ ਉਹ ਓਪੀਨੀਅਨ ਐਸੇ ਆ। ਅਗਰ ਉਹਨਾਂ ਨੇ ਪੁੱਛਿਆ ਓਪੀਨੀਅਨ ਐਸੇ ਆ, ਤੁਸੀਂ ਲਿਖਾਉਂਦੇ ਹੋ ਡਿਸਕਸ਼ਨ ਐਸੇ ਲਿਖਾਉਂਦੇ ਹੋ, ਤਾਂ ਉੱਥੋਂ ਐਗਜ਼ਾਮੀਨਰ ਤੁਹਾਡੇ ਬੈਂਡ ਸਕੋਰ ਕੱਟਦਾ। ਰੀਜ਼ਨ ਨੰਬਰ 1 ਤੁਹਾਡੇ ਬੈਂਡ ਸਕੋਰ ਕੱਟਿਆ ਜਾਣ ਦਾ, ਦੀ ਟੋਪ ਮੋਸਟ ਰੀਜ਼ਨ ਆਫ ਗੈਟਿੰਗ ਲੋ ਬੈਂਡ ਸਕੋਰ ਇਨ ਰਾਈਟਿੰਗ ਮੋਡਿਊਲ, ਕਿ ਅਗਰ ਤੁਸੀਂ ਜੋ ਟਾਈਪ ਆਫ ਐਸੇ ਗਿਵਨ ਆ ਉਹਦੇ ਅਕੋਰਡਿੰਗ ਨਹੀਂ ਲਿਖਦੇ ਐਸੇ, ਤਾਂ ਐਗਜ਼ਾਮੀਨਰ ਤੁਹਾਡੇ ਬੈਂਡ ਸਕੋਰ ਕੱਟ ਲੈਂਦਾ ਆ। ਉਹ ਦੇਖਦਾ ਹੈ ਕਿ ਬੱਚੇ ਦਾ ਜੋ ਟਾਸਕ ਰਿਸਪੌਂਸ ਆ ਉਹ ਵਧੀਆ ਨਹੀਂ ਹੈਗਾ, ਠੀਕ ਹੈ ਜੀ। ਹੁਣ ਫੋਰ ਐਗਜ਼ਾਮਪਲ ਉਹ ਕਹਿ ਰਹੇ ਆ ਕਿ
ਡੂ ਯੂ ਅਗਰੀ ਔਰ ਡਿਸਅਗਰੀ ਵਿਦ ਐਸੇ। ਹੁਣ ਇਹ ਓਪੀਨੀਅਨ ਐਸੇ ਆ ਅਤੇ ਆਪਾਂ ਥੀਸਿਸ ਸੈਂਟੈਂਸ 'ਚ ਲਿਖ ਰਹੇ ਹਾਂ ਆਈ ਵਿਲ ਡਿਸਕਸ ਬੋਥ ਵਿਊਜ਼ ਐਂਡ ਗਿਵ ਮਾਈ ਓਨ ਓਪੀਨੀਅਨ। ਹੁਣ ਇੱਥੋਂ ਐਗਜ਼ਾਮੀਨਰ ਨੇ ਇਹ ਦੇਖਣਾ ਕਿ ਬੱਚੇ ਨੂੰ ਟਾਈਪ ਆਫ ਐਸੇ ਹੀ ਨਹੀਂ ਸਮਝ ਆਇਆ ਕਿ ਉਹ ਡਿਸਕਸ਼ਨ ਐਸੇ ਸਮਝ ਬੈਠਾ ਇਹਨੂੰ ਤਾਂ ਉੱਥੇ ਐਗਜ਼ਾਮੀਨਰ ਇਹ ਦੇਖਦਾ ਕਿ ਉਹ ਡਿਸਕਸ਼ਨ ਐਸੇ ਸਮਝ ਬੈਠਾ ਓਪੀਨੀਅਨ ਐਸੇ ਨੂੰ, ਤਾਂ ਉਹ ਤੁਹਾਡੇ ਇੱਥੇ ਬੈਂਡ ਸਕੋਰ ਕੱਟਦਾ। ਹੁਣ ਗੱਲ ਕਰਦੇ ਹਾਂ ਜੀ ਦੂਜੇ ਦੀ, ਟੌਪਿਕ ਆਫ ਦੀ ਐਸੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇੱਥੇ ਵੀ ਮੈਂ ਕਹਿੰਦਾ 99% ਸਟੂਡੈਂਟਸ ਇੱਥੋਂ ਹੀ ਆਪਣੇ ਬੈਂਡ ਸਕੋਰ ਘਟਾਉਂਦੇ ਨੇ। ਟੌਪਿਕ ਆਫ ਦੀ ਐਸੇ ਨਾ, ਫੋਰ ਐਗਜ਼ਾਮਪਲ ਆਪਾਂ ਨੂੰ ਟੌਪਿਕ ਆਇਆ ਆ foreign some people think that foreign study is far more better than the study of our native language. Discuss the views and give your own opinion. ਹੁਣ ਆਪਾਂ ਇੱਥੇ ਸਮਝ ਬੈਨੇ ਆ ਕਿ ਕਿਤੇ ਐਸੇ ਦਾ ਜੋ ਟੌਪਿਕ ਆ ਉਹ ਫੋਰਨ ਐਜੂਕੇਸ਼ਨ 'ਤੇ ਆ। ਨੋ, ਜਦ ਕਿ ਟੌਪਿਕ ਹੈਗਾ ਆ ਕਿ some people think that studying abroad is far more better than studying in our native country. Actually ਟੌਪਿਕ ਹੈਗਾ ਹੈ ਡਿਫਰੈਂਸ। ਟੌਪਿਕ ਦੀ ਪੂਰੀ ਰੇਂਜ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਓਕੇ, ਹੁਣ ਕਈ ਸਟੂਡੈਂਟ ਕੀ ਕਰਦੇ ਆ, ਇੱਥੋਂ ਉਹ ਵੀ ਲਿਖਾਉਂਦੇ ਆ ਫੋਰਨ ਐਜੂਕੇਸ਼ਨ ਇਜ਼ ਵੈਰੀ ਯੂਜ਼ਫੁਲ ਫॉर ਅਸ। ਇਟ ਇਜ਼ ਦਿਸ, ਫੋਰਨ ਐਜੂਕੇਸ਼ਨ ਇਜ਼ ਦਿਸ। ਨਾਓ ਟੌਪਿਕ ਇਜ਼ ਨਾਟ ਫੋਰਨ ਐਜੂਕੇਸ਼ਨ. If you are writing off the topic, examiner will not count those words which are off the topic. Examiner ਉਹ words count ਨਹੀਂ ਕਰੂਗਾ ਜੋ ਆਪਾਂ off topic ਲਿਖਾ ਹੈ। Now for example ਮੇਰੇ ਤੋਂ ਪੁੱਛਿਆ ਗਿਆ, now ਮੈਂ ਨਾ ਤੁਹਾਨੂੰ ਬਹੁਤ ਹੁਣ ਸਿੰਪਲ ਕਰਕੇ ਦੱਸਦਾ। ਮੈਨੂੰ ਪੁੱਛਿਆ ਗਿਆ what is your favorite color, ਅਤੇ ਲਓ ਜੀ ਮੈਂ ਜਵਾਬ ਦੇਣਾ ਸਟਾਰਟ ਕੀਤਾ। Colors are very important in our life. Without colors we are nothing. So that's why we should be colorful, and my favorite color is black. What is this? Examiner has asked you about your favorite color, and what you are saying? You are saying colors are very important in our life. We are nothing without colors. Okay, colors has got many benefits in our life. Examiner is asking you about your favorite color and what you are saying. So this is what we are doing. If we are writing off topic, so at that time we are losing our band score, isn't that right? So this is what you need to check. Okay, reason number 1, when you don't properly detect the type of essay, and the second reason is that when you don't have a good understanding the topic range. Okay, ਸਭ ਤੋਂ ਪਹਿਲਾਂ ਕੀ ਆ ਕਿ ਅਗਰ ਆਪਾਂ ਨੂੰ ਐਸੇ ਆ ਰਹੇ ਡਿਸਕਸ਼ਨ ਐਸੇ ਅਤੇ ਆਪਾਂ ਲਿਖਾਉਂਦੇ ਹਾਂ ਓਪੀਨੀਅਨ ਐਸੇ, ਇੱਥੇ ਆਪਣੇ ਬੈਂਡ ਸਕੋਰ ਕੱਟੇ ਜਾਂਦੇ ਆ। ਐਗਜ਼ਾਮੀਨਰ ਦੇਖਦਾ ਆ ਕਿ ਇਹਨੂੰ ਐਸੇ ਦੀ ਟਾਈਪ ਹੀ ਨਹੀਂ ਸਮਝ ਆਈ, ਅਤੇ ਅਗਰ ਆਪਾਂ ਟੌਪਿਕ 'ਤੇ ਨਹੀਂ ਆਉਂਦੇ, ਹੁਣ ਫੋਰ ਐਗਜ਼ਾਮਪਲ ਮੈਨੂੰ ਕਿਹਾ ਜਾਂਦਾ ਓਕੇ ਜੀ, ਤਾਂ ਹੁਣ ਮੈਨੂੰ ਪੁੱਛਿਆ ਜਾਂਦਾ ਵਾਟ ਇਜ਼ ਦ ਡਿਫਰੈਂਸ ਬਿਟਵੀਨ ਦੀ ਸਟੱਡੀ ਆਫ ਪਾਸਟ ਐਂਡ ਦੀ ਸਟੱਡੀ ਸਿਸਟਮ ਆਫ ਪ੍ਰੈਜੈਂਟ। ਹੁਣ ਮੇਰੇ ਤੋਂ ਪੁੱਛਿਆ ਗਿਆ ਕਿ ਡਿਫਰੈਂਸ ਜੋ ਪਾਸਟ ਦੀ ਸਟੱਡੀ ਸੀ ਅਤੇ ਪ੍ਰੈਜੈਂਟ ਦੀ ਸਟੱਡੀ ਸੀ। ਓਕੇ, ਅਤੇ ਮੈਂ ਸਿਰਫ ਇੱਕ ਚੀਜ਼ ਸੁਣ ਲਈ ਸਟੱਡੀ, ਮੈਂ ਕੀ ਆਨਸਰ ਦੇਣ ਲੱਗਿਆ। ਹੁਣ ਉਹਨਾਂ ਨੇ ਪੁੱਛਿਆ ਕੀ ਸੀ, ਵਾਟ ਡਿਡ ਦੇ ਆਸਕ ਅਸ? ਦੇ ਆਸਕਡ ਅਸ ਅਬਾਊਟ ਸਟੱਡੀ, ਵਾਟ ਇਜ਼ ਦ ਡਿਫਰੈਂਸ ਬਿਟਵੀਨ ਦੀ ਸਟੱਡੀ ਸਿਸਟਮ ਆਫ ਪਾਸਟ ਐਂਡ ਦੀ ਸਟੱਡੀ ਸਿਸਟਮ ਆਫ ਕਰੰਟ। Okay, they were asking about this. Okay, and I am saying that study is very important for us. We are nothing about study, so so all of us, we should be educated. We are nothing about study. Without study we are like that we are not with our eyes. Now what is the topic? What was the question? Question is that what is the difference between the modern study and the study in ancient times? They are asking about the difference between studies, and I am telling about study. Study is this. Study is very important for us. Without study we are just like that, we are without our eyes. What are we doing? ਤਾਂ ਇੱਥੇ ਆਪਾਂ ਇਹ ਕਰਦੇ ਹਾਂ, ਆਪਾਂ ਬਿਲਕੁਲ ਆਫ ਟੌਪਿਕ ਲਿਖਾਉਂਦੇ ਹਾਂ। ਤਾਂ ਇਸ ਲਈ ਮੈਂ ਤੁਹਾਨੂੰ ਹੁਣ ਇੱਕ ਇੱਥੇ ਗੱਲ ਦੱਸਦਾ, ਅਗਰ ਤੁਸੀਂ ਟਾਸਕ ਰਿਸਪੌਂਸ ਨੂੰ ਵਧੀਆ ਅਚੀਵ ਕਰਨਾ ਚਾਹੁੰਦੇ ਹੋ ਨਾ, ਜਦੋਂ ਤੁਹਾਨੂੰ ਰਾਈਟਿੰਗ ਟਾਸਕ 2 ਮਿਲਦਾ ਆ ਤਾਂ ਕੋਸ਼ਿਸ਼ ਕਰੋ ਕਿ ਉਹਨੂੰ 5-6 ਵਾਰ ਚੰਗੀ ਤਰ੍ਹਾਂ ਪੜ੍ਹੋ।
ਪਹਿਲੀ ਚੀਜ਼ ਤੁਸੀਂ ਕੀ ਦੇਖਣੀ ਆ, which type of essay we are given, okay, and the second thing you have to see that what is the topic sentence, ਕਿ ਟੌਪਿਕ ਕੀ ਆ। ਪਹਿਲੀ ਚੀਜ਼ ਤੁਸੀਂ ਕੀ ਦੇਖਣੀ ਆ ਕਿ ਮੇਰਾ ਕਿਹੜੇ ਟਾਈਪ ਦਾ ਐਸੇ ਆ, ਡਿਸਕਸ਼ਨ ਐਸੇ ਆ, ਓਪੀਨੀਅਨ ਐਸੇ ਆ, ਅਗਰੀ ਡਿਸਅਗਰੀ ਐਸੇ ਆ, ਐਡਵਾਂਟੇਜ ਡਿਸਐਡਵਾਂਟੇਜ ਵਾਲਾ। ਪਹਿਲੀ ਚੀਜ਼ ਤੁਸੀਂ ਇਹ ਕਰਨੀ ਆ। ਦੂਜੀ ਚੀਜ਼ ਤੁਸੀਂ ਦੇਖਣੀ ਆ ਟੌਪਿਕ, ਕਿ ਟੌਪਿਕ ਕੀ ਆ। ਠੀਕ ਹੈ ਜੀ, ਓਕੇ। ਤਾਂ ਤੁਸੀਂ ਇੱਦਾਂ ਟਾਸਕ ਰਿਸਪੌਂਸ ਆਪਣਾ ਅਚੀਵ ਕਰ ਸਕਦੇ ਹੋ। ਮੈਂ ਤੁਹਾਨੂੰ ਜੜ੍ਹਾਂ ਦੱਸ ਰਿਹਾ, ਜੜ ਕਿ ਮੇਨ ਰੀਜ਼ਨ ਕੀ ਆ। ਸੈਕਿੰਡ ਆਪਣੀ ਹੁੰਦੀ ਆ ਵੋਕੈਬਲਰੀ ਐਂਡ ਗ੍ਰਾਮੈਟੀਕਲ ਰੇਂਜ। ਨਾਓ ਅਗਰ ਤੁਸੀਂ ਬਹੁਤ ਹੀ ਸਿੰਪਲ ਲੈਂਗੁਏਜ ਲਿਖ ਰਹੇ ਹੋ, ਨਾਓ ਫੋਰ ਐਗਜ਼ਾਮਪਲ ਮੈਨੂੰ ਟੌਪਿਕ ਆਇਆ ਮੋਬਾਈਲ ਫੋਨ 'ਤੇ। I am having a very beautiful mobile phone. Okay, it has got many benefits and it is very big and its screen is very big. Now these are very simple sentences. Okay, it means I am preparing for only 5.5 band. I am preparing for only for 5 band. ਅਗਰ ਮੈਂ ਇਹੋ ਜਿਹੀ ਸਿੰਪਲ ਲੈਂਗੁਏਜ ਯੂਜ਼ ਕਰਦਾ, ਓਕੇ। ਆਪਾਂ ਦੂਜੇ ਕ੍ਰਾਈਟੇਰੀਆ ਦੀ ਗੱਲ ਕਰ ਰਹੇ ਹਾਂ, ਵੋਕੈਬਲਰੀ ਐਂਡ ਗ੍ਰਾਮੈਟੀਕਲ ਰੇਂਜ। ਵੋਕੈਬਲਰੀ ਐਂਡ ਗ੍ਰਾਮੈਟੀਕਲ ਰੇਂਜ ਕੀ ਹੁੰਦੀ ਆ ਕਿ ਇਹ ਤੁਹਾਨੂੰ ਕੰਪਾਊਂਡ ਐਂਡ ਕੰਪਲੈਕਸ ਸੈਂਟੈਂਸ ਯੂਜ਼ ਕਰਨੇ ਚਾਹੀਦੇ ਆ। ਨਾਓ ਮੈਨੂੰ ਫੋਰ ਐਗਜ਼ਾਮਪਲ ਕਿ ਮੈਨੂੰ ਟਾਸਕ ਆ ਰਿਹਾ ਵਾ ਮੋਬਾਈਲ ਫੋਨ ਬਾਰੇ। ਠੀਕ ਹੈ ਜੀ, ਮੋਬਾਈਲ ਫੋਨ ਬਾਰੇ। ਇੱਕ ਤਾਂ ਮੈਂ ਸਿੰਪਲ ਕਹਿ ਰਿਹਾ, I'm having a very beautiful mobile phone. It has got a 30 megapixel camera. It has got many benefits. I use it whenever I have to go outside. There is no connectivity. These are very simple sentences. Now ਹੁਣ ਇਹਦੀ ਥਾਂ ਤੇ ਮੈਂ ਹੁਣ ਕੰਪਾਊਂਡ ਸੈਂਟੈਂਸ ਦੱਸਦਾ। ਓਕੇ, I'm having a very ਹੁਣ ਮੈਂ ਕੰਪਾਊਂਡ ਸੈਂਟੈਂਸ ਯੂਜ਼ ਕਰਦਾ। ਪਹਿਲੇ ਮੈਂ ਕਿੰਨੇ ਸਿੰਪਲ ਸੈਂਟੈਂਸ ਕੀਤੇ ਯੂਜ਼। ਹੁਣ ਇਹਦੀ ਥਾਂ ਤੇ ਅਗਰ ਮੈਂ ਕਹਿਣਾ ਆ I'm having very beautiful mobile phone which was gifted by my father and I use it whenever I have to go somewhere. It has got many benefits and moreover whenever I'm having some troublesome, for that time I prefer to use my mobile phone. These are called compound sentences. So whenever you are doing to write your essay, you have to use only compound and complex sentences. Now what are the compound sentences? ਇੱਕ ਤਾਂ ਮੈਂ ਸਿੰਪਲ ਯੂਜ਼ ਕਰ ਰਿਹਾ, I am having a mobile phone. It has got many benefits. Okay, whenever I go outside I use it. ਇੱਕ ਮੈਂ ਕਹਿ ਰਿਹਾ, ਜਾਣੀ ਮੈਂ ਇਹ ਤਿੰਨ ਦੀ ਤਿੰਨ ਸੈਂਟੈਂਸ ਨੂੰ ਮੈਂ ਇੱਕ 'ਚ ਹੀ ਬਣਾ ਗਿਆ, ਇਹਨੂੰ ਕੰਪਾਊਂਡ ਸੈਂਟੈਂਸ ਕਹਿੰਦੇ ਆ। ਤਾਂ ਇੱਕ ਸੀਕ੍ਰੇਟ ਆਇਆ 7.5 ਐਂਡ 8 ਬੈਂਡ ਲੈਣ ਦਾ ਸੀਕ੍ਰੇਟ ਆ। ਅਗਰ ਤੁਸੀਂ ਕੰਪਾਊਂਡ ਸੈਂਟੈਂਸ ਯੂਜ਼ ਕਰਦੇ ਹੋ, ਮੀਨਸ ਤੁਸੀਂ ਐਗਜ਼ਾਮੀਨਰ ਨੂੰ ਇਹ ਸ਼ੋ ਕਰਦੇ ਹੋ ਕਿ ਸਾਡੇ ਕੋਲ ਇੱਕ ਬਹੁਤ ਵਧੀਆ ਇੰਗਲਿਸ਼ ਦਾ ਸਕਿੱਲ ਹੈ। ਨਾਓ ਹੁਣ ਇੱਕ ਤਾਂ ਆਪਾਂ ਸਿੰਪਲ ਲੈਂਗੁਏਜ ਕੀਤੀ ਯੂਜ਼, ਇੱਕ ਆਪਾਂ ਯੂਜ਼ ਕਰਦੇ ਹਾਂ I'm having a mobile phone which was gifted by my father and I use it whenever I have to go somewhere. It has got many benefits. Moreover, whenever I'm having some troublesome, so that time I prefer to use my mobile phone. It is called compound sentences. ਐਂਡ ਕੋਈ ਗੱਲ ਨਹੀਂ ਨਾ, ਮੈਂ ਤੁਹਾਨੂੰ ਦੱਸੂਗਾ ਕਿ ਕੰਪਾਊਂਡ ਸੈਂਟੈਂਸ ਕਿਵੇਂ ਬਣਾਉਣੇ ਆ, ਕੰਪਲੈਕਸ ਸੈਂਟੈਂਸ ਕਿਵੇਂ ਬਣਾਉਣੇ ਆ। ਫਰੈਂਡਸ ਮੈਂ ਤੁਹਾਡੀ ਪੂਰੀ ਹੈਲਪ ਕਰੂੰਗਾ, ਆਪਣਾ 100% ਦਿਓ। ਮੇਰੇ ਖੁਦ ਦੇ 7 ਬੈਂਡ ਨੇ ਰਾਈਟਿੰਗ 'ਚੋਂ, ਰੀਡਿੰਗ ਰਾਈਟਿੰਗ ਅਤੇ ਸਪੀਕਿੰਗ 'ਚੋਂ ਮੇਰੇ 7 ਨੇ, ਲਿਸਨਿੰਗ 'ਚੋਂ ਮੇਰੇ 8.5 ਨੇ। ਠੀਕ ਹੈ ਜੀ, ਮੈਂ ਤੁਹਾਡੀ ਪੂਰੀ ਹੈਲਪ ਕਰੂੰਗਾ। ਤਾਂ ਪਹਿਲਾ ਕੀ ਆ ਆਪਣਾ ਟਾਸਕ ਰਿਸਪੌਂਸ। ਟਾਸਕ ਰਿਸਪੌਂਸ 'ਚ ਕੀ ਆ ਜਾਂਦਾ 2 T's। ਪਹਿਲਾ ਆਪਾਂ ਦੇਖਣਾ ਕਿ ਕਿਹੜਾ ਟਾਈਪ ਆਫ ਐਸੇ, ਦੂਜਾ ਆਪਾਂ ਦੇਖਣਾ ਕਿ ਟੌਪਿਕ ਕੀ ਆ। ਇਸ ਲਈ ਮੈਂ ਤੁਹਾਨੂੰ ਕਹਿਣਾ ਕਿ 5-4 ਮਿੰਟ ਪਹਿਲਾਂ ਤੁਸੀਂ ਉਹਦੇ ਜੋ ਸਟੇਟਮੈਂਟ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਪੜ੍ਹੋ, ਚੰਗੀ ਤਰ੍ਹਾਂ ਦੇਖੋ ਕਿ ਵਿਚ ਟਾਈਪ ਆਫ ਐਸੇ ਇਜ਼ ਇਟ and what is the topic, what is the whole range of the topic. Okay, you should go for the range of the topic, isn't that right? Okay, and the second thing happening ਹੈਗੀ ਆ vocabulary and grammatical range. vocabulary and grammatical range ਕੀ ਹੁੰਦੀ ਆ ਕਿ ਅਗਰ ਤੁਸੀਂ ਸਿਰਫ ਇੱਕ ਸਿੰਪਲ ਸੈਂਟੈਂਸ ਲਿਖ ਰਹੇ ਹੋ, ਜਿਵੇਂ ਕਿ thirsty crow, there was a thirsty crow, he was wandering over here and there. Okay, so these are simple sentences. ਕੰਪਾਊਂਡ ਸੈਂਟੈਂਸ ਯੂਜ਼ ਕਰੋ, ਕੰਪਲੈਕਸ ਸੈਂਟੈਂਸ ਯੂਜ਼ ਕਰੋ। ਮੈਂ ਤੁਹਾਨੂੰ ਦੱਸ ਰਿਹਾ ਮੇਰਾ ਸੀਕ੍ਰੇਟ, ਮੇਰੇ 7 ਬੈਂਡ ਕਿਵੇਂ ਆਏ ਰਾਈਟਿੰਗ ਮੋਡਿਊਲ 'ਚੋਂ।
ਤਾਂ ਥਰਡ ਥਿੰਗ ਹੁੰਦੀ ਆ ਆਪਣੇ ਕੋਲ ਲੈਕਸੀਕਲ ਰਿਸੋਰਸ। ਠੀਕ ਹੈ, ਮੈਂ ਤੁਹਾਨੂੰ ਇੱਕ ਕ੍ਰਾਈਟੇਰੀਆ ਦੱਸ ਰਿਹਾ ਜੋ ਐਗਜ਼ਾਮੀਨਰ ਨੇ ਦੇਖਣੇ ਹੁੰਦੇ ਆ। ਪਹਿਲਾਂ ਐਗਜ਼ਾਮੀਨਰ ਨੇ ਦੇਖਣਾ ਟਾਸਕ ਰਿਸਪੌਂਸ। ਅਗਰ ਤੁਸੀਂ ਜੋ ਟਾਈਪ ਸੀ ਐਸੇ ਦੀ, ਅਗਰ ਓਪੀਨੀਅਨ ਐਸੇ ਤੁਸੀਂ ਓਪੀਨੀਅਨ ਐਸੇ ਲਿਖਿਆ, ਅਗਰ ਜੋ ਟੌਪਿਕ ਸੀ ਤੁਸੀਂ ਟੌਪਿਕ 'ਤੇ ਲਿਖਿਆ, ਲਓ ਜੀ ਤੁਸੀਂ ਟਾਸਕ ਰਿਸਪੌਂਸ 'ਚੋਂ 9 ਦੇ 9 ਬੈਂਡ ਅਚੀਵ ਕਰ ਲਏ। ਓਕੇ, ਤਾਂ ਦੂਜੀ ਚੀਜ਼ ਐਗਜ਼ਾਮੀਨਰ ਨੇ ਕੀ ਦੇਖਣੀ ਹੁੰਦੀ ਆ, ਵੋਕੈਬਲਰੀ ਐਂਡ ਗ੍ਰਾਮੈਟੀਕਲ ਰੇਂਜ, ਕਿ ਤੁਸੀਂ ਸੈਂਟੈਂਸਿਸ ਕੰਪਾਊਂਡ ਕਿੰਨੇ ਯੂਜ਼ ਕੀਤੇ, ਕੰਪਲੈਕਸਿੰਗ ਕਿੰਨੇ ਯੂਜ਼ ਕੀਤੇ। ਅਤੇ ਤੀਜੀ ਚੀਜ਼ ਆਪਣੀ ਹੁੰਦੀ ਹੈ ਲੈਕਸੀਕਲ ਰਿਸੋਰਸ। ਲੈਕਸੀਕਲ ਰਿਸੋਰਸਿਸ ਕੀ ਹੁੰਦੀ ਹੈ? ਫੋਰ ਐਗਜ਼ਾਮਪਲ ਆਪਾਂ ਨੂੰ ਟੌਪਿਕ ਆਇਆ ਆ ਟੈਕਨੋਲੋਜੀ ਬਾਰੇ, ਨਾ ਆਪਾਂ ਪੂਰੇ ਐਸੇ ਵਿੱਚ ਟੈਕਨੋਲੋਜੀ 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 ਯੂਜ਼ ਕਰੀ ਜਾਂਦੇ। ਟੈਕਨੋਲੋਜੀ ਇਜ਼ ਦਿਸ, ਟੈਕਨੋਲੋਜੀ ਹੈਜ਼ ਗੋਟ ਦਿਸ ਐਂਡ ਦੈਟ ਆਲ ਦੈਟ ਸਟਫ। ਓਕੇ, ਆਪਾਂ ਟੈਕਨੋਲੋਜੀ ਯੂਜ਼ ਕਰੀ ਜਾਂਦੇ। ਤਾਂ ਇੱਥੇ ਐਗਜ਼ਾਮੀਨਰ ਦੇਖਦਾ ਆ ਕਿ ਤੁਹਾਡੇ ਕੋਲ ਇੱਕ ਜਾਣੀ ਕਿ ਆਪਣੇ ਵਿਊਜ਼ ਨੂੰ ਪ੍ਰਜੈਂਟ ਕਰਨ ਦਾ ਹੈ ਨਾ, ਇੱਕ ਤੁਹਾਡੇ ਕੋਲ ਬਰੋਡ ਏਰੀਆ ਨਹੀਂ ਕਿ ਤੁਹਾਨੂੰ ਸਿਰਫ ਟੈਕਨੋਲੋਜੀ ਵਰਡ ਆਉਂਦਾ, ਹੋਰ ਕੋਈ ਵਰਡ ਹੀ ਨਹੀਂ ਆਉਂਦਾ। ਤਾਂ ਇੱਥੇ ਕੰਮ ਆਉਂਦੇ ਆ ਸਿਨੋਨਿਮਸ। ਤਾਂ ਮੈਂ ਕਹਿਣਾ ਤੁਸੀਂ ਸਿਨੋਨਿਮ ਸਿੱਖੋ। ਟੈਕਨੋਲੋਜੀ ਦੀ ਥਾਂ 'ਤੇ ਤੁਸੀਂ ਕਹਿ ਸਕਦੇ ਹੋ ਇਨਵੈਂਸ਼ਨ। ਠੀਕ ਹੈ, ਹੁਣ ਫੋਰ ਐਗਜ਼ਾਮਪਲ ਨਾਓ ਇੰਸਟੈਡ ਆਫ ਯੂਜ਼ਿੰਗ ਟੈਕਨੋਲੋਜੀ ਅਗੇਨ ਐਂਡ ਅਗੇਨ ਯੂ ਕੈਨ ਯੂਜ਼ ਟੈਕਨੋਲੋਜੀ, ਇਨਵੈਂਸ਼ਨ, ਪਾਇਨੀਅਰ। ਓਕੇ, ਇਨਵੈਂਸ਼ਨ, ਐਕਸਪਲੋਰੇਸ਼ਨ। ਮਤਲਬ ਇੱਥੋਂ ਤੁਸੀਂ ਦੱਸ ਰਹੇ ਹੋ ਐਗਜ਼ਾਮੀਨਰ ਨੂੰ ਕਿ ਤੁਹਾਡੇ ਲੈਕਸੀਕਲ ਰਿਸੋਰਸ ਬਹੁਤ ਵਧੀਆ। ਮਤਲਬ ਇੱਥੋਂ ਐਗਜ਼ਾਮੀਨਰ ਤੁਹਾਡਾ ਸਕਿੱਲ ਦੇਖਦਾ। ਫੋਰ ਐਗਜ਼ਾਮਪਲ ਕਿ ਤੁਸੀਂ ਟੈਕਨੋਲੋਜੀ ਹੀ ਯੂਜ਼ ਕਰੀ ਜਾਂਦੇ ਹੋ। ਲੈਟ ਮੀ ਟੈਲ ਯੂ, ਇੱਥੇ ਐਗਜ਼ਾਮੀਨਰ ਦੇਖਣਾ ਕਿ ਅਗਰ ਤੁਸੀਂ ਇੱਕ ਹੀ ਚੀਜ਼ ਨੂੰ ਰਿਪੀਟ ਕਰੀ ਜਾਂਦੇ ਹੋ ਨਾ, ਐਗਜ਼ਾਮੀਨਰ ਨੇ ਤੁਹਾਡੇ ਬੈਂਡ ਸਕੋਰ ਘਟਾ ਦੇਣੇ ਆ। ਅਵੋਇਡ ਰੈਪੀਟੀਸ਼ਨ, ਰਿਪੀਟ ਨਾ ਕਰੋ ਫਰੈਂਡਸ। ਲੈਟ ਮੀ ਟੈਲ ਯੂ, ਅਗਰ ਤੁਸੀਂ ਕਈ ਯਾਰ ਫੋਰ ਐਗਜ਼ਾਮਪਲ ਕਿ ਚਿਲਡਰਨ, ਤੁਸੀਂ ਸਾਰੇ ਐਸੇ ਵਿੱਚ ਚਿਲਡਰਨ ਹੀ ਲਿਖੀ ਜਾ ਰਹੇ ਹੋ। ਕਿਤੇ ਤੁਸੀਂ ਯੂਜ਼ ਕਰ, ਹੁਣ ਫੋਰ ਐਗਜ਼ਾਮਪਲ ਕਿ ਇੱਕ ਥਾਂ 'ਤੇ ਤੁਸੀਂ ਯੂਜ਼ ਕੀਤਾ ਚਿਲਡਰਨ, ਹੁਣ ਤੁਸੀਂ ਚਿਲਡਰਨ ਦੀ ਥਾਂ 'ਤੇ ਯੂਜ਼ ਕਰ ਲਓ ਜੋਵੇਲਾਈਨ। ਠੀਕ ਹੈ ਜੀ, ਟੀਨੇਜਰ, ਕਿਡਸ, ਓਕੇ, ਟੋਡਲਰਸ। ਮਤਲਬ ਇੱਥੇ ਤੁਸੀਂ ਐਗਜ਼ਾਮੀਨਰ ਨੂੰ ਇਹ ਦੱਸ ਰਹੇ ਹੋ ਕਿ ਤੁਹਾਡਾ ਲੈਕਸੀਕਲ ਰਿਸੋਰਸਿਸ ਤੁਹਾਡੇ ਕੋਲ ਬਹੁਤ ਵਧੀਆ ਨੇ, ਤਾਂ ਐਗਜ਼ਾਮੀਨਰ ਤੁਹਾਨੂੰ ਬਹੁਤ ਵਧੀਆ ਬੈਂਡ ਸਕੋਰ ਦਊਗਾ ਲੈਕਸੀਕਲ ਰਿਸੋਰਸਿਸ। ਓਕੇ ਫਰੈਂਡ, ਰਿਪੀਟ ਨਾ ਕਰੋ ਇੱਕ ਹੀ ਵਰਡ ਨੂੰ, ਰੈਪੀਟੀਸ਼ਨ ਨਾ ਕਰੋ ਨਾ। ਫੋਰ ਐਗਜ਼ਾਮਪਲ ਕਿ ਕਿਤੇ ਵਰਡ ਆਇਆ ਪੇਰੈਂਟਸ, ਟੌਪਿਕ ਹੈਗਾ ਆਪਣਾ ਪੇਰੈਂਟਸ ਬਾਰੇ, ਤੁਸੀਂ ਹਰ ਥਾਂ 'ਤੇ ਪੇਰੈਂਟਸ ਹੀ ਯੂਜ਼ ਕਰੀ ਜਾਂਦੇ ਹੋ। ਅਗਰ ਤੁਸੀਂ ਪੇਰੈਂਟਸ ਦੀ ਥਾਂ 'ਤੇ ਤੁਸੀਂ ਯੂਜ਼ ਕਰੋ ਗਾਰਡੀਅਨਸ, ਓਕੇ, ਇੰਸਟਰਕਟਰਸ, ਓਕੇ, ਫਾਦਰ ਐਂਡ ਮਦਰਸ, ਇੱਥੇ ਤੁਸੀਂ ਐਗਜ਼ਾਮੀਨਰ ਨੂੰ ਇਹ ਦੱਸ ਰਹੇ ਹੋ ਕਿ ਤੁਹਾਡਾ ਲੈਕਸੀਕਲ ਰਿਸੋਰਸ ਬਹੁਤ ਵਧੀਆ, ਤਾਂ ਐਗਜ਼ਾਮੀਨਰ ਤੁਹਾਨੂੰ ਵਧੀਆ ਬੈਂਡ ਸਕੋਰ ਦੇਵੇਗਾ। ਤਾਂ ਥਰਡ, ਲਾਸਟ ਬਟ ਨੋਟ ਦੀ ਲੀਸਟ, ਥਰਡ ਆਪਣਾ ਆ ਜਾਂਦਾ ਆ, ਹਾਂਜੀ, ਤਾਂ ਥਰਡ ਆਪਣਾ ਆ ਜਾਂਦਾ ਹੈ ਕੋਹੀਜ਼ਨ ਐਂਡ ਓਕੇ ਜੀ, ਤਾਂ ਥਰਡ ਆਪਣਾ ਆ ਜਾਂਦਾ, ਫੋਰਥ ਆਪਣਾ ਆ ਜਾਂਦਾ ਹੈ ਕੋਹੀਜ਼ਨ ਐਂਡ ਕੋਹੀਰੈਂਸ। ਹੁਣ ਕੋਹੀਜ਼ਨ ਐਂਡ ਕੋਹੀਰੈਂਸ ਕੀ ਹੁੰਦੀ ਆ? ਮੈਂ ਕਹਿਣਾ ਆ nowadays English, Punjabi and for example nowadays English, French and Spanish languages are being distinguished and such languages are not to be used overall all over the world। ਹੁਣ ਸੱਚ ਲੈਂਗੁਏਜਸ ਮੇਨ ਮੈਂ ਜਿਹੜੀਆਂ ਲੈਂਗੁਏਜ ਬਾਰੇ ਗੱਲ ਕਰਕੇ ਗਿਆ, ਕੋਹੀਜ਼ਨ ਐਂਡ ਕੋਹੀਰੈਂਸ ਕੀ ਹੁੰਦਾ? ਕਨੈਕਟੀਵਿਟੀ ਆਫ ਵਰਡਸ, ਕਿ ਤੁਸੀਂ ਤੁਹਾਡੇ ਆਈਡੀਆਜ਼ ਕਿੱਦਾਂ ਫਲੋ 'ਚ ਆ ਰਹੇ ਆ। ਫਲੋ ਹੁਣ ਕਿਵੇਂ ਆ? ਹੁਣ ਕੋਹੀਜ਼ਨ ਐਂਡ ਕੋਹੀਰੈਂਸ ਕੀ ਆ? ਹੁਣ ਮੈਨੂੰ ਕੋਈ ਕੁਐਸਚਨ ਕਰਦਾ ਆ, ਟੈਲ ਮੀ ਸਮਥਿੰਗ ਅਬਾਊਟ ਯੂਅਰ ਹੋਮ ਟਾਊਨ। ਓਕੇ, ਨਾਓ ਮੈਂ ਕਿਵੇਂ ਆਨਸਰ ਦਿੰਦਾ ਆ? The very first thing that my hometown is very beautiful. The second thing is that my hometown is well known for the historical monuments. And finally, there are many historical monuments so that visitors often come over here. ਪਹਿਲਾਂ ਮੈਂ ਕੀ ਕਿਹਾ? First of all, my hometown is very beautiful. ਫਿਰ ਮੈਂ ਕਹਿ ਰਿਹਾ secondly, my hometown is known for historical monuments. ਫਿਰ ਮੈਂ ਕਹਿ ਰਿਹਾ ਫਾਈਨਲੀ। ਹੁਣ ਫਾਈਨਲੀ ਤੋਂ ਐਗਜ਼ਾਮੀਨਰ ਨੇ ਇਹ ਦੇਖਣਾ ਕਿ ਹੁਣ ਮੈਂ ਕਨਕਲੂਡ ਕਰ ਰਿਹਾ। ਦੇਖਿਆ ਨਾ, ਮਤਲਬ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਹਿਲਾਂ ਮੈਂ ਆਪਣੀ ਗੱਲ ਕਿਵੇਂ ਸਟਾਰਟ ਕੀਤੀ? ਫਰਸਟਲੀ, ਫਿਰ ਮੈਂ ਕਿਹਾ ਸੈਕੰਡਲੀ, ਫਿਰ ਮੈਂ ਕਿਹਾ ਫਾਈਨਲੀ। ਇੱਥੋਂ ਐਗਜ਼ਾਮੀਨਰ ਨੂੰ ਕੀ ਇੱਕ ਕੋਹੀਜ਼ਨ ਐਂਡ ਕੋਹੀਰੈਂਸ ਪਤਾ ਚੱਲ ਰਿਹਾ। ਕੋਹੀਜ਼ਨ ਐਂਡ ਕੋਹੀਰੈਂਸ ਕੀ ਹੁੰਦੀ? ਜਿਵੇਂ ਇੱਕ ਚੇਨ ਦੇਖਿਆ ਤੁਸੀਂ, ਚੇਨ, ਇੱਕ ਚੇਨ ਹੋ ਗਈ, ਦੂਜੀ ਚੇਨ, ਤੀਜੀ ਚੇਨ, ਚੌਥੀ ਚੇਨ, ਇੱਦਾਂ ਕੀ ਹੈ, ਇੱਕ ਆਪਣੇ ਆਈਡੀਆਜ਼ ਦੀ ਇੱਕ ਚੇਨ ਬਣਦੀ ਆ ਰਹੀ ਆ। ਸਮਝ ਰਹੇ ਹੋ ਨਾ ਮੇਰੀ ਗੱਲ ਨੂੰ? ਹੁਣ ਫੋਰ ਐਗਜ਼ਾਮਪਲ ਕਿ ਤੁਹਾਡੀ ਕੋਈ ਕੋਹੀਜ਼ਨ ਐਂਡ ਕੋਹੀਰੈਂਸ ਨਹੀਂ,
ਤਾਂ ਉੱਥੇ ਐਗਜ਼ਾਮੀਨਰ ਤੁਹਾਡੇ ਬੈਂਡ ਸਕੋਰ ਕੱਟੂਗਾ ਕਿ ਤੁਹਾਡਾ ਕੋਈ ਫਲੋ ਨਹੀਂ ਬਣ ਰਿਹਾ। ਹੁਣ ਮੈਂ ਜਦੋਂ ਕਹਿ ਰਿਹਾ ਵਾਂ ਫਸਟ ਆਫ ਆਲ, ਹੁਣ ਇੱਥੋਂ ਐਗਜ਼ਾਮੀਨਰ ਨੂੰ ਕੀ ਪਤਾ ਚੱਲਿਆ ਕਿ ਮੈਂ ਆਪਣੀ ਗੱਲ ਸਟਾਰਟ ਕਰਨ ਜਾ ਰਿਹਾ। ਫਸਟ ਆਫ ਆਲ ਮਾਈ ਹੋਮ ਟਾਊਨ ਇਜ਼ ਵੈਰੀ ਵੈਰੀ ਬਿਊਟੀਫੁਲ। ਸੈਕਿੰਡ ਆਫ ਆਲ, ਹੁਣ ਸੈਕਿੰਡ ਆਫ ਆਲ ਤੋਂ ਐਗਜ਼ਾਮੀਨਰ ਨੇ ਇਹ ਪਛਾਣ ਜਾਣਾ ਆ ਕਿ ਮੈਂ ਆਪਣੇ ਜੋ ਆਪਣਾ ਆਨਸਰ ਆ ਉਹਦੇ ਮਿਡਲ 'ਚ ਆ ਗਿਆ। ਸੈਕਿੰਡਲੀ ਮਾਈ ਹੋਮ ਟਾਊਨ ਇਜ਼ ਰੀਨਾਊਂਡ ਫॉर ਹਿਸਟੋਰੀਕਲ ਮੋਨੂਮੈਂਟਸ। ਹੁਣ ਜਦੋਂ ਮੈਂ ਫਾਈਨਲੀ ਕਿਹਾ, ਐਗਜ਼ਾਮੀਨਰ ਨੂੰ ਪਤਾ ਚੱਲੂਗਾ, ਜੋ ਆਪਣਾ ਰੀਡਰ ਆ, ਐਕਚੁਅਲੀ ਉਹ ਰੀਡਰ ਕੌਣ, ਆਪਣਾ ਐਗਜ਼ਾਮੀਨਰ ਜਿਹਨੇ ਆਪਣਾ ਉਹ ਰਾਈਟਿੰਗ ਟਾਸਕ 2 ਕਰਨਾ ਚੈੱਕ, ਉਹ ਕੌਣ, ਆਪਣਾ ਐਗਜ਼ਾਮੀਨਰ ਜਿਹਨੇ ਚੈੱਕ ਕਰਨਾ। ਹੁਣ ਫਾਈਨਲੀ ਤਾਂ ਉਹਨੇ ਸਮਝ ਆਉਣਾ ਕਿ ਹੁਣ ਮੈਂ ਕਨਕਲੂਡ ਕਰ ਰਿਹਾ, ਹੁਣ ਮੈਂ ਗੱਲ ਦੇ ਅਖੀਰ 'ਚ ਆ ਗਿਆ, ਹੁਣ ਮੈਂ ਆਪਣੀ ਗੱਲ ਨੂੰ ਮਤਲਬ ਸਮਾਪਤ ਕਰ ਰਿਹਾ, ਫਿਨਿਸ਼ ਕਰ ਰਿਹਾ ਗੱਲ ਨੂੰ। ਫਾਈਨਲੀ ਦੇਰ ਆਰ ਟੂ ਮੈਨੀ ਵਿਜ਼ਟਰ ਆਫਨ ਕਮ ਓਵਰ ਹੇਅਰ ਡਿਊ ਟੂ ਮੋਨੂਮੈਂਟਸ। ਠੀਕ ਹੈ ਜੀ, ਤਾਂ ਇੱਥੇ ਮੈਂ ਆਪਣੀ ਗੱਲ ਨੂੰ ਕਨਕਲੂਡ ਕਰ ਲਿਆ। ਇਹਨੂੰ ਕਹਿੰਦੇ ਆ ਕੋਹੀਜ਼ਨ ਐਂਡ ਕੋਹੀਰੈਂਸ। ਠੀਕ ਹੈ ਫਰੈਂਡਸ, ਕੋਸ਼ਿਸ਼ ਕਰੋ ਕਿ ਤੁਸੀਂ ਇਹ ਚਾਰਾਂ ਵਿੱਚੋਂ ਤੁਸੀਂ ਇਹ ਮੇਰੀ ਹੁਣ ਗੱਲ ਸੁਣੋ, ਤੁਸੀਂ ਮੇਰੇ ਸਟੂਡੈਂਟਸ ਹੋ ਨਾ, ਤਾਂ ਤੁਸੀਂ ਮੇਰੇ ਨਾਲ ਇੱਕ ਪ੍ਰੋਮਿਸ ਕਰੋ ਕਿ ਤੁਸੀਂ ਟਾਸਕ ਰਿਸਪੌਂਸ 'ਚੋਂ 9 ਦੇ 9 ਬੈਂਡ ਲੈਣੇ ਆ। ਆਲਦੋ ਕਿ ਕੋਹੀਜ਼ਨ ਐਂਡ ਕੋਹੀਰੈਂਸ 'ਚੋਂ ਹਾਂਜੀ ਘੱਟ ਜਾਂਦੇ ਹੁੰਦੇ, ਚਲੋ ਇੰਨਾ ਆਪਾਂ ਨੂੰ ਨਹੀਂ ਖਿਆਲ ਰੱਖਦਾ, ਔਰ ਇੰਨਾ ਖਿਆਲ ਆਪਾਂ ਨੂੰ ਨਹੀਂ ਰਹਿੰਦਾ, ਬਟ ਤੁਸੀਂ ਟਾਸਕ ਰਿਸਪੌਂਸ 'ਚ ਤੁਸੀਂ ਫੁੱਲ ਸਕੋਰ ਲੈਣੇ ਆ। ਠੀਕ ਹੈ ਜੀ, ਹੁਣ ਇਹ 4 ਕ੍ਰਾਈਟੇਰੀਆਜ਼ ਨੂੰ ਤੁਸੀਂ ਫੋਲੋ ਕਰਨਾ ਹੈ, ਤੁਸੀਂ ਮੈਨੂੰ ਸੈਂਡ ਕਰਿਆ ਕਰਨੇ ਆ ਅਤੇ ਮੈਂ ਦੇਖਣਾ ਕਿ ਤੁਹਾਡੇ 4 ਕ੍ਰਾਈਟੇਰੀਆ ਤੁਸੀਂ ਦੇਖਿਆ ਕਰਨੇ ਆ ਕਿ ਇਹ ਫੁੱਲਫਿਲ ਕਰਦੇ ਆ। ਟਾਸਕ ਰਿਸਪੌਂਸ, ਕਿ ਜੋ ਟਾਈਪਸ ਮੈਂ ਉਹਦੇ ਅਕੋਰਡਿੰਗ ਲਿਖਿਆ, ਜੋ ਟੌਪਿਕਸ ਮੈਂ ਉਹਦੇ ਅਕੋਰਡਿੰਗ ਲਿਖਿਆ। ਸੈਕਿੰਡ ਹੁੰਦਾ ਹੈ ਵੋਕੈਬਲਰੀ ਐਂਡ ਗ੍ਰਾਮੈਟੀਕਲ ਰੇਂਜ। ਵੋਕੈਬਲਰੀ ਐਂਡ ਗ੍ਰਾਮੈਟੀਕਲ ਰੇਂਜ ਕੀ ਹੁੰਦੀ ਆ? ਹਾਂਜੀ, ਸੈਕਿੰਡ ਥਿੰਗ ਆਪਣੀ ਹੁੰਦੀ ਆ ਵੋਕੈਬਲਰੀ ਐਂਡ ਗ੍ਰਾਮੈਟੀਕਲ ਰੇਂਜ। ਵੋਕੈਬਲਰੀ ਐਂਡ ਗ੍ਰਾਮੈਟੀਕਲ ਰੇਂਜ ਕੀ ਹੁੰਦੀ ਆ ਕਿ ਐਗਜ਼ਾਮੀਨਰ ਨੇ ਦੇਖਣਾ ਹੁੰਦਾ ਕਿ ਕੀ ਤੁਸੀਂ ਕੰਪਾਊਂਡ ਸੈਂਟੈਂਸ ਯੂਜ਼ ਕੀਤੇ, ਕੰਪਲੈਕਸ ਸੈਂਟੈਂਸ ਯੂਜ਼ ਕੀਤੇ। ਤਾਂ ਜਦੋਂ ਵੀ ਤੁਸੀਂ ਆਪਣਾ ਰਾਈਟਿੰਗ ਮੋਡਿਊਲ ਲਿਖਣਾ, ਪਹਿਲੀ ਚੀਜ਼ ਮੈਂ ਦੱਸਦੀ ਤੁਹਾਨੂੰ, ਦੂਜੀ ਚੀਜ਼ ਤੁਸੀਂ ਦੇਖਣਾ ਕਿ ਮੈਂ ਕਿੰਨੇ ਕੰਪਲੈਕਸ ਸੈਂਟੈਂਸ ਯੂਜ਼ ਕੀਤੇ, ਕਿੰਨੇ ਕੰਪਾਊਂਡ ਸੈਂਟੈਂਸ ਯੂਜ਼ ਕਰੇ। ਠੀਕ ਹੈ ਜੀ, ਫਿਰ ਤੁਸੀਂ ਦੇਖਣਾ ਆ ਕਿ ਮੈਂ ਕੋਸ਼ਿਸ਼ ਕਰੋ ਕਿ ਜਿਹੜੇ ਤੁਹਾਡੇ 4 ਪੈਰਾਗ੍ਰਾਫਸ ਹੁੰਦੇ ਆ ਨਾ, ਉਹਦੇ ਵਿੱਚ ਇੱਕ ਐਗਜ਼ਾਮਪਲ ਜ਼ਰੂਰ ਐਡ ਕਰੋ। ਠੀਕ ਹੈ, ਐਗਜ਼ਾਮਪਲ ਦੇ ਆਪਾਂ ਨੂੰ ਬਹੁਤ ਪੁਆਇੰਟ ਮਿਲਦੇ ਆ, ਵਧੀਆ ਪੁਆਇੰਟ ਮਿਲਦੇ ਆ ਐਗਜ਼ਾਮਪਲ ਦੇ। ਠੀਕ ਹੈ ਜੀ, ਤਾਂ ਸੈਕਿੰਡ ਕੀ ਹੋ ਗਿਆ, ਦੇਖੋ ਕਿ ਮੈਂ ਕਿੰਨੇ ਕੰਪਲੈਕਸ ਸੈਂਟੈਂਸ ਯੂਜ਼ ਕੀਤੇ, ਕਿੰਨੇ ਕੰਪਾਊਂਡ ਸੈਂਟੈਂਸ ਯੂਜ਼ ਕੀਤੇ। ਸਿੰਪਲ ਸੈਂਟੈਂਸ ਨਹੀਂ ਕਰਨੇ ਯੂਜ਼, ਸਿੰਪਲ ਸੈਂਟੈਂਸ ਨੂੰ ਯੂਜ਼ ਕਰਦੇ 2-3 ਸਿੰਪਲ ਸੈਂਟੈਂਸ ਨੂੰ ਇੱਕ ਸੈਂਟੈਂਸ 'ਚ ਪਾ ਕੇ ਆਪਾਂ ਕੰਪਾਊਂਡ ਸੈਂਟੈਂਸ ਬਣਾਉਂਦੇ ਹਾਂ। ਓਕੇ, ਤਾਂ ਥਰਡ ਥਿੰਗ ਤੁਸੀਂ ਦੇਖਣੀ ਹੈ ਲੈਕਸੀਕਲ ਰਿਸੋਰਸਿਸ, ਕਿ ਕਿਤੇ ਤੁਸੀਂ ਉਹ ਰੈਪੀਟੇਸ਼ਨ ਤਾਂ ਨਹੀਂ ਕੀਤੀ। ਰੈਪੀਟੇਸ਼ਨ ਨੂੰ ਅਵੋਇਡ ਕਰੋ। ਰੈਪੀਟੇਸ਼ਨ ਜੋ ਤੁਹਾਡੇ ਬਹੁਤ ਬੈਂਡ ਸਕੋਰ ਘਟਾਉਂਦੇ ਆ, ਰੈਪੀਟੇਸ਼ਨ ਉਹਨਾਂ ਨੇ ਦੇਖ ਲੈਣੀ ਹੈ ਕਿ ਅਗਰ ਤੁਸੀਂ ਚਿਲਡਰਨ ਹੀ ਯੂਜ਼ ਕਰੀ ਗਏ, ਉਹਨਾਂ ਨੇ ਦੇਖ ਲੈਣਾ ਕਿ ਤੁਹਾਡਾ ਉਹ ਲੈਕਸੀਕਲ ਰਿਸੋਰਸਿਸ ਵਧੀਆ ਨਹੀਂ। ਫਿਰ ਤੁਸੀਂ ਦੇਖਣਾ ਕਿ ਤੁਹਾਡੀ ਕੋਹੀਰੈਂਸ ਠੀਕ ਆ ਜਾਂ ਨਹੀਂ। ਠੀਕ ਹੈ ਫਰੈਂਡਸ, ਤਾਂ ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਸਟੂਡੈਂਟਸ ਹੋ, ਤੁਸੀਂ ਮੇਰੇ ਤੋਂ ਵੀ ਵੱਧ ਬੈਂਡ ਸਕੋਰ ਲੈ ਕੇ ਆਵੋ, ਮੇਰੇ ਤੋਂ ਵੀ। ਠੀਕ ਹੈ, ਕਿਉਂਕਿ ਮੈਂ ਆਪਣੇ ਦਿਲ ਤੋਂ ਪੜ੍ਹਾਉਣਾ, ਕੁਛ ਵੀ ਚੀਜ਼ ਲੁਕਾਉਂਦਾ ਨਹੀਂ। ਤਾਂ ਮੈਂ ਚਾਹੁੰਦਾ ਤੁਸੀਂ ਉਹ ਉਹ ਦੂਜਾ ਇਨਸਾਨ ਬਣੋ ਜੋ ਉਹਦੀ ਜੜ ਤੱਕ ਪਹੁੰਚਿਆ। ਤਾਂ ਇਹਦੀ ਜੜ ਵਾ 4 ਕ੍ਰਾਈਟੇਰੀਆ ਜੋ ਅੱਜ ਮੈਂ ਤੁਹਾਨੂੰ ਦੱਸ ਕੇ ਹਟਿਆ, ਇਹ ਜੜ ਨੇ। ਅਗਰ ਇਹ ਕ੍ਰਾਈਟੇਰੀਆ ਨੂੰ ਇੱਕ ਨੂੰ ਵੀ ਨਹੀਂ ਫੋਲੋ ਕਰਦੇ ਫਰੈਂਡਸ, ਇਹ ਜੜ ਵਾ ਆਪਣੀ 5-5.5 ਬੈਂਡ ਸਕੋਰ ਲੈਣ ਦੀ। ਠੀਕ ਹੈ ਜੀ, ਤਾਂ ਮੈਂ ਹੁਣ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗਾ। ਮੈਂ ਅਗਲੀ ਵੀਡੀਓ ਦੇ ਵਿੱਚ ਨਾ ਮੈਂ ਉਹ ਇੰਗਲਿਸ਼ 'ਚ ਬਣਾਊਂਗਾ ਵੀਡੀਓ, ਅਤੇ ਮੈਂ ਤੁਹਾਨੂੰ ਦੱਸੂੰਗਾ। ਮੈਂ ਤੁਹਾਨੂੰ ਕੁਛ ਨਾ ਉਹ ਐਸੇ ਦਊਂਗਾ, ਉਦੋਂ ਮੈਂ ਦੱਸੂੰਗਾ ਕਿ ਤੁਸੀਂ ਸਿਰਫ ਇਹਨਾਂ ਨੂੰ ਐਨਾਲਾਈਜ਼ ਕਰਨਾ। ਠੀਕ ਹੈ, ਉਹ ਮੈਂ ਆਪਣੀ ਅਗਲੀ ਵੀਡੀਓ ਵਿੱਚ ਦੱਸੂ। ਠੀਕ ਹੈ, ਇਹ ਵੀਡੀਓ ਧਿਆਨ ਨਾਲ ਦੇਖਿਆ ਤੁਸੀਂ, ਦੇਖਣਾ, ਅਤੇ ਮੈਂ ਅਗਲੀ ਵੀਡੀਓ ਮੇਰੀ ਦੇਖਣੀ, ਉਹ ਮੈਂ ਉਹ ਇੰਗਲਿਸ਼ ਵਿੱਚ ਬਣਾਊਂਗਾ। ਓਕੇ, ਸੋ ਥੈਂਕ ਯੂ ਲਵ ਮੀ ਅ ਲੋਟ ਐਕਚੁਅਲੀ, ਐਂਡ ਕੋਈ ਗੱਲ ਨਹੀਂ, ਆਪਾਂ ਤੁਹਾਡੇ ਨਾਲ ਆਪਾਂ ਇਕੱਠਿਆਂ ਨੇ ਕੈਨੇਡਾ ਜਾਣਾ। ਠੀਕ ਹੈ, ਗੱਲ ਹੀ ਕੋਈ ਨਹੀਂ। ਓਕੇ, ਸੋ ਮੈਂ ਔਨਲਾਈਨ ਕਲਾਸਾਂ ਵੀ ਪੜ੍ਹਾਉਣਾ ਆ। ਠੀਕ ਹੈ ਜੀ, ਅਗਰ ਤੁਸੀਂ ਮੇਰੀਆਂ ਔਨਲਾਈਨ ਕਲਾਸਿਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਜੀ ਬਹੁਤ ਵੈਲਕਮ ਆ, ਤੁਸੀਂ ਮੇਰੇ ਤੋਂ ਪੜ੍ਹ ਸਕਦੇ ਹੋ ਔਨਲਾਈਨ। ਠੀਕ ਹੈ ਜੀ, ਤਾਂ ਸਤਿ ਸ਼੍ਰੀ ਅਕਾਲ ਜੀ।